उर्दू पॉइंट तो सोनी धरती पाकिस्तान प्रोग्राम के नाल मैं तुहाडा होस्ट चांद शकील। नाज़रीन, अज साडे नाल स्टूडियो दे विच बहुत ही खूबसूरत शायर, कहानीकार और मेरे बहुत ही प्यारे दोस्त मौजूद ने। उन्हों दा तल्लुक पांडोकी ते पांडोकी दी एक तारीखी बुल्ले शाह के हवाले नाल एक तारीखी अहमियत है। असी अज उन्होंने कोलों वो भी जानांगे और ये नाल शायरी भी सुनांगे, गल्लां बातां भी करांगे। फिल्मी गीत भी लिख चुके हैं हुण तक बहुत सारे, और उन्होंने 5 किताबां भी छप चुकी ने। बहुत ही खूबसूरत शायर, मुनफरिद अंदाज, मुनफरिद लहजा, और जदों मुशायरा पढ़ते हैं और मुशायरे नूं लुट लैंदे ने, चाहे आम महफल हो मुशायरा हो किते भी गलबात करते हैं, उन्होंने गलबात दे विच एक जान होंदी, एक वज़न होंदा है, दलील होंदी है। और मेरी मुराद जनाब साबर अली साबर साहब। अस्सलाम वालेकुम साबर जी, कैसे हो? ठीक ठाक हो? तबीयत अल्हम्दुलिल्लाह, बहुत शुक्रिया तुसी तशरीफ ले आए। अच्छा साबर, मैं जानना चाहांगा पहले तो पांडोकी के हवाले नाल, क्योंकि पांडोकी की एक अपनी तारीखी अहमियत है। बुल्ले शाह के नाल उन्होंने उस इलाके में जोड़ा जाता है, तुसी उत्थों दे वासी हो, तो इस हवाले नाल की कहो जी? बिल्कुल, ये कहा जाता है कि बुल्ले शाह की उस वेले 6 साल उम्र सी जदों पांडोकी आए। बाज़ रवायतां ये भी ने कि उत्थे बुल्ले शाह की पैदाइश उत्थे हुई पांडोकी। तो लड़कपन जिहड़ा सारा बचपन तो लड़कपन जिहड़ा वो पांडोकी गुजरिया बुल्ले शाह का। तो 23-24 साल की उम्र च जिहड़ा वो कसूर गए ने, शायद या इस तो घट हो गई। हाँ जी, यानी कि कुछ अरसा जिहड़ा उन्हां दा उत्थे गुजरिया है। हाँ जी, कैसे जवानी पर जवानी उत्थे गुजरी बुल्ले शाह की पांडोकी। पांडोकी दे विच मैं मान नाल कह सकदा कि बेहतरीन उम्र जी है उठ दी उम्र जी बुल्ले शाह की वो पांडोकी गुजरी है। तो मेरा जितों तक ख्याल है कि एक साइंस भी कहती है कि आवाज़ां जिहड़ियां ने तुहाडे ख्यालात जिहड़े ने वो फिज़ा च रहिंदे ने, तो जिथे उत्थे बुल्ले शाह दे असरात वाकई है। अच्छा, हाँ जी, ਉਹਦਾ ਅਸਰ ਤੁਹਾਡੇ ਉੱਤੇ हाँ ਕੁਝ जी, ਪਿਆ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਅੱਛਾ ਸਾਬਰ, ਤੁਸੀਂ ਬੁੱਲੇ ਸ਼ਾਹ ਦੇ ਚੁੱਕੇ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਦਾ ਹਰ ਸਾਲ ਮੇਲਾ ਵੀ ਕਰਾਉਂਦੇ ਹੋ, ਉਹਨਾਂ ਦਾ ਮੁਸ਼ਾਇਰਾ ਵੀ ਹੁੰਦਾ ਹੈ। ਇਸ ਚੀਜ਼ ਦਾ ਖਿਆਲ ਤੁਹਾਨੂੰ ਕਿੱਥੋਂ ਆਇਆ? ਇਹ ਮੇਰੀ ਹਾਲੇ ਕਿਤਾਬ ਨਹੀਂ ਸੀ ਆਈ। 2008-9 ਚ ਇੱਕ ਉੱਥੇ ਮੇਲੇ ਤੇ ਕੁਝ ਨਾਖੁਸ਼ਗਵਾਰ ਵਾਕਿਆਤ ਹੋ ਗਏ ਸੀ। ਲਿਹਾਜ਼ਾ ਉਹ ਫਿਰ ਨਾ ਮੈਂ ਇੱਧਰ ਦੀ ਕੋਸ਼ਿਸ਼ ਕੀਤੀ ਕਿ ਲੋਕ ਅਦਬੀ ਪਾਸੇ ਆਉਣ, ਇੱਕ ਅੱਛਾ ਮਾਹੌਲ ਮਿਲੇ, ਮੌਸੀਕੀ ਦਾ ਪ੍ਰੋਗਰਾਮ ਕਰਾਈਦਾ, ਮੁਸ਼ਾਇਰਾ ਕਰਾਈਦਾ। ਇਹ 2008-9 ਚ ਸ਼ੁਰੂ ਕੀਤਾ ਸੀ। 2009 ਚ ਸਾਡਾ 10 ਅਕਤੂਬਰ 2009 10 ਹੋਵੇ ਜਾਂ 9 ਅਕਤੂਬਰ ਹੋਵੇ, ਹਾਂ ਪਿਛਲੇ ਦਿਨੋਂ ਵੀ ਤੁਸੀਂ ਉਹ ਅਸੀਂ ਮੇਲਾ ਜਿਹੜਾ ਹੁੰਦਾ ਉਹ ਹੁੰਦਾ ਦੇਸੀ ਮਹੀਨੇ ਦੇ ਹਿਸਾਬ ਨਾਲ, ਬਕਰਮੀ ਸਾਲ ਦੇ ਮਹੀਨੇ ਦੇ ਹਿਸਾਬ ਨਾਲ ਅੱਸੂ ਦੀ 25 ਨੂੰ। ਉੱਥੇ ਬੁੱਲੇ ਸ਼ਾਹ ਦੇ ਵਾਲਦ ਨੇ, ਵਾਲਦਾ ਹੈ, ਅਤੇ 2 ਭੈਣਾਂ ਨੇ ਬੁੱਲੇ ਸ਼ਾਹ ਦੀ। ਲਿਹਾਜ਼ਾ ਉਹ ਇੱਕ ਉਰਸ ਵਾਂਗੂ ਉਰਸ ਮਨਾਇਆ ਜਾਂਦਾ, ਮਗਰ ਅਸੀਂ ਉਹਨੂੰ ਇੱਕ ਲੋਕਾਂ ਦੀ ਮੌਜੂਦਗੀ ਦਾ ਫਾਇਦਾ ਚੁੱਕਦਿਆਂ ਹੋਇਆਂ ਆਪਣੀ ਉੱਥੇ ਗੱਲ ਕਰੀ ਦੀ ਹੈ। ਇੱਕ ਵੱਡਾ ਪ੍ਰੋਗਰਾਮ ਹੁੰਦਾ ਹੈ, ਐਤਕੀ ਵੀ ਹੋਇਆ ਹੈ ਸਾਡੇ ਸਾਹਮਣੇ ਫੇਸਬੁੱਕ 'ਤੇ ਲੋਕਾਂ ਨੇ ਬਹੁਤ ਅੱਛਾ ਰਿਹਾ ਉਹ। ਫਿਰ ਅਸੀਂ 9 ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ। ਉਦੋਂ ਉਸ ਤੋਂ ਪਹਿਲਾਂ ਮੈਂ ਪਿੰਡ ਦੇ ਵਿੱਚ ਇੱਕ ਛੋਟੀ ਜਿਹੀ ਬੈਠਕ ਬਣਾਈ ਸੀ ਬੁੱਲੇ ਸ਼ਾਹ ਅਦਬੀ ਅੰਜਮਨ ਦੇ ਨਾਂ ਤੋਂ। ਬਾਅਦ 'ਚ ਉਹਦਾ ਨਾਂ ਵਿਹੜਾ ਬੁੱਲੇ ਸ਼ਾਹ ਕਰ ਦਿੱਤਾ ਗਿਆ। ਜ਼ਾਹਰ ਉੱਥੇ ਐਡਾ ਅਦਬੀ ਮਾਹੌਲ ਤਾਂ ਨਹੀਂ ਸੀ ਹੈ। 1-2 ਦੋਸਤ ਅਸੀਂ ਰਲ ਕੇ ਅਤੇ ਉਹ ਮੇਰਾ ਮਤਲਬ ਇਹ ਕੰਮ ਕਰਨੇ। ਉਸ ਤੋਂ ਬਾਅਦ ਲਾਇਬ੍ਰੇਰੀ ਇੱਕ ਉੱਥੇ ਫਿਰ ਬਣਾਈ ਅਸੀਂ, ਬੈਠਣ ਬਣਾ, ਹਾਂ, ਕਿ ਅਦਬੀ ਮਾਹੌਲ ਲੋਕਾਂ ਨੂੰ ਮਿਲੇ, ਬੱਚਿਆਂ ਨੂੰ, ਨਵਿਆਂ ਨੂੰ, ਨਵੇਂ ਲਿਖਣ ਵਾਲਿਆਂ ਨੂੰ, ਨਵੇਂ ਪੜ੍ਹਨ ਵਾਲਿਆਂ ਨੂੰ। ਬਹੁਤ ਅੱਛਾ ਸਾਬਰ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ। ਰੱਬ ਕਰੇ ਤੁਸੀਂ ਇਸ ਤਰ੍ਹਾਂ ਹੀ ਹਯਾਤੀ ਜਿਹੜੇ ਹੋ ਆਪਣੇ ਕੰਮ ਕਰਦੇ ਰਹੋ। ਔਰ ਮੈਂ ਚਾਹੁੰਦਾ ਹਾਂ ਅਸੀਂ ਹੁਣ ਸ਼ਾਇਰੀ ਵੱਲ ਆਈਏ, ਅਤੇ ਤੁਹਾਡੀ ਜਿਹੜੀ ਇੱਕ ਬੜੀ ਮਸ਼ਹੂਰ ਹੈ, ਵੈਸੇ ਤਾਂ ਤੁਸੀਂ ਜ਼ਿਆਦਾ ਜਿਹੜਾ ਇੰਨਾ ਰੋਮੈਂਟਿਕ ਨਹੀਂ ਲਿਖਣਾ, ਫਲਸਫਿਆਨਾ ਸੋਚ ਜਿਹੜੀ ਉਹ ਤੁਹਾਡੀ ਸ਼ਾਇਰੀ ਦੇ ਵਿੱਚ ਜ਼ਿਆਦਾ ਨਜ਼ਰ ਆਉਂਦੀ, ਲੇਕਿਨ ਅਸੀਂ ਜਿਹੜਾ ਉਹ ਸ਼ੁਰੂਆਤ ਜਿਹੜੀ ਉੱਥੋਂ ਕਰਾਂਗੇ, ਰੰਗਤ, ਮਹਿਕ, ਨਫਾਸਤ ਉਹਦੇ ਬੁੱਲਾਂ ਦੀ। ਮੈਂ ਚਾਹੁੰਦਾ ਹਾਂ ਤੁਸੀਂ ਜ਼ਰਾ ਆਪ ਹੀ ਸੁਣਾਓ, ਔਰ ਜਦੋਂ ਤੁਸੀਂ ਸੁਣਾਉਂਦੇ ਹੋ ਤਾਂ ਅਜੀਬ ਹੀ ਮਾਹੌਲ ਹੁੰਦਾ ਹੈ,
ਇਹਦੇ ਤੋਂ ਕਿ ਇੰਡੀਆ ਦੀ ਫਿਲਮ 'ਚ ਗੀਤ ਵੀ ਆ ਚੁੱਕਿਆ ਹੈ। ਹਾਂ ਇਹ ਰੰਗਤ ਮਹਿਕ ਨਫਾਸਤ ਉਹਦੇ ਬੁੱਲਾਂ ਦੀ। ਰੰਗਤ ਮਹਿਕ ਨਫਾਸਤ ਉਹਦੇ ਬੁੱਲਾਂ ਦੀ, ਹਾਂ ਐਸੀ ਤੈਸੀ ਕਰ ਦਿੰਦੀ ਏ ਫੁੱਲਾਂ ਦੀ। ਵਾਹ 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 ਸਾਰੀ ਉਮਰ ਸਜ਼ਾ ਭੁਗਤਣੀ ਪੈਂਦੀ ਏ, ਅਕਸਰ ਵਕਤੋਂ ਪਹਿਲਾਂ ਹੋਈਆਂ ਭੁੱਲਾਂ ਦੀ। ਵਾਹ 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 ਸਾਬਰ ਜੀ ਫੇਰ ਇੱਕ ਵਾਰੀ। ਸਾਰੀ ਉਮਰ ਸਜ਼ਾ ਭੁਗਤਣੀ ਪੈਂਦੀ ਏ, ਅਕਸਰ ਵਕਤੋਂ ਪਹਿਲਾਂ ਹੋਈਆਂ ਭੁੱਲਾਂ ਦੀ। ਯਾਰਾਂ ਮੇਰੇ ਗਲ ਦੀ ਫਾਈ ਬਣਾ ਲਈ ਏ, ਹਾਏ 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 ਹਾਏ। ਮੇਰੇ ਵੱਲੋਂ ਦਿੱਤੀਆਂ ਗਈਆਂ ਖੁੱਲਾਂ ਦੀ। ਵਾਹ 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 ਕੀ ਬਾਤ ਹੈ। ਯਾਰਾਂ ਮੇਰੇ ਗਲ ਦੀ ਫਾਈ ਬਣਾ ਲਈ ਏ, ਮੇਰੇ ਵੱਲੋਂ ਦਿੱਤੀਆਂ ਗਈਆਂ ਖੁੱਲਾਂ ਦੀ। ਖੁੱਲਾਂ ਦੀ। ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆ ਵਾਂ। ਵਾਹ ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆ ਵਾਂ, ਮੈਨੂੰ ਕੀ ਪਰਵਾਹ ਏ ਛੱਲਾਂ ਛੁੱਲਾਂ ਦੀ। ਹਾਏ ਕੀ ਬਾਤ ਹੈ। ਤੇ ਰੱਬ ਦੇ ਨਾਂ ਤੇ ਬੰਦੇ ਮਾਰੀ ਜਾਣਾ ਏ, ਓਏ ਹੋਏ, ਰੱਬ ਦੇ ਨਾਂ ਤੇ ਰੱਬ ਦੇ ਨਾਂ ਤੇ ਬੰਦੇ ਮਾਰੀ ਜਾਣਾ ਏ, ਤੇਰੇ ਪੰਡਤ ਫਾਦਰ ਦੀ ਤੇ ਮੁੱਲਾਂ ਦੀ। ਹਾਏ ਹਾਏ ਕੀ ਬਾਤ ਹੈ। ਬਹੁਤ ਵਧੀਆ ਸਾਬਰ ਜੀ। ਅੱਛਾ ਬੁੱਲੇ ਸ਼ਾਹ ਦੀ ਅਸੀਂ ਗੱਲ ਕਰ ਰਹੇ ਸਾਂ ਔਰ ਬਹੁਤ ਸਾਰੇ ਜਿਹੜੇ ਨਕਾਤ ਨੇ ਉਹ ਇਤਰਾਜ਼ ਵੀ ਕਰਦੇ ਨੇ ਕਿ ਤੁਹਾਡਾ ਜਿਹੜਾ ਬੁੱਲੇ ਸ਼ਾਹ ਦਾ ਇੱਕ ਰੰਗ ਨਜ਼ਰ ਆਉਂਦਾ ਹੈ ਸ਼ਾਇਰੀ ਦੇ ਵਿੱਚ, ਅਤੇ ਕੀ ਵਜ੍ਹਾ ਹੈ ਕਿ ਤੁਸੀਂ ਇੰਨਾ ਉਹਨਾਂ ਦੀ ਜ਼ਾਤ ਦੇ ਵਿੱਚ ਗੁੰਮ ਹੋ ਗਏ ਹੋ, ਜਾਂ ਉਹ ਚੱਕਰ ਹੈ ਜਾਂ ਕੀ ਹੈ? ਇਹ ਹਾਲੇ ਤੱਕ ਕੋਈ ਮੇਰਾ ਮਤਲਬ ਹੈ ਕਿਸੇ ਲਿਖਿਆ ਪੜ੍ਹਿਆ ਇਤਰਾਜ਼ ਤੇ ਕੋਈ ਸਾਹਮਣੇ ਨਹੀਂ ਆਇਆ, ਲੇਕਿਨ ਮੈਂ ਆਮ ਦੇਖਿਆ ਕਿ ਚੂँਕਿ ਅਦਬੀ ਬੈਠਕਾਂ 'ਚ ਜਿਹੜੀ ਉਹ ਗੱਲ ਹੁੰਦੀ ਹੈ। ਮਗਰ ਇਹ ਇਤਰਾਜ਼ ਨਹੀਂ, ਇਹ ਤਕਰੀਬਨ ਪਾਕਿਸਤਾਨ ਦੇ ਸਾਰੇ ਅੰਗਰੇਜ਼ੀ ਅਖਬਾਰਾਂ 'ਚ, ਉਰਦੂ ਪੰਜਾਬੀ ਵਾਲਿਆਂ ਨੇ ਨਹੀਂ ਹੱਥ ਪਾਇਆ ਇਸ ਕੰਮ ਨੂੰ। ਅੰਗਰੇਜ਼ੀ ਅਖਬਾਰਾਂ 'ਚ ਕਾਲਮ ਲਿਖੀਚੇ ਨੇ ਮੇਰੀ ਸ਼ਾਇਰੀ ਤੇ ਉਹ ਇਤਰਾਜ਼ ਨਹੀਂ ਕਰਦੇ ਸਗੋਂ ਇਸ ਗੱਲ ਨੂੰ ਉਹਨਾਂ ਹੌਸਲਾ ਅਫਜ਼ਾਈ ਕੀਤੀ ਹੈ ਮੇਰੀ ਕਿ ਬੁੱਲੇ ਸ਼ਾਹ ਦੇ ਕਦਮਾਂ ਤੇ ਪੈਰਾਂ ਤੇ ਪੈਰ ਰੱਖਦਿਆਂ ਹੋਇਆਂ ਇੱਕ ਮੇਰਾ ਮਤਲਬ ਉਸੇ ਗੱਲ ਨੂੰ ਅੱਗੇ ਵਧਾਇਆ ਹੈ, ਨਾ ਕਿ ਉੱਥੇ ਖਲੋਣ ਦਾ ਵੀ ਆਦੀ ਨਹੀਂ ਹੈਗਾ। ਜਿਸ ਤਰ੍ਹਾਂ ਸ਼ਾਹ ਹੁਸੈਨ ਤੇ ਮੇਰਾ ਇੱਕ ਸ਼ੇਰ ਹੈਗਾ ਕਿ ਸ਼ਾਹ ਹੁਸੈਨਾ ਕਹਿੰਦੇ ਰਹੇ ਹਾਂ ਮੈਂ ਨਾ ਹੀ ਸਭ ਤੂੰ। ਕਹਿੰਦੇ ਰਹੇ ਹਾਂ ਮੈਂ ਸ਼ਾਹ ਹੁਸੈਨਾ ਕਹਿੰਦੇ ਰਹੇ ਹਾਂ ਮੈਂ ਨਾ ਹੀ ਸਭ ਤੂੰ, ਪਹਿਲਾ ਪੈਰੇ ਪੈਰ ਤੇਰੇ ਤੇ ਦੂਜਾ ਧਰਨਾ ਹੈ ਅੱਗੇ। ਕਾਲੇ ਪੱਟ ਵੀ ਚੜੂ ਸਫੈਦੀ ਕਾਗ ਵੀ ਥੀਸਨ ਬੱਗੇ। ਅਵਲ ਆਖਰ ਆਪ ਦਾ ਨਾਰਾ ਲਾਉਂਦਾ ਏ ਲੂੰ ਲੂੰ। ਸ਼ਾਹ ਹੁਸੈਨਾ ਕਹਿੰਦੇ ਰਹੇ ਹਾਂ ਮੈਂ ਨਾ ਹੀ ਸਭ ਤੋਂ। ਯਾਨੀ ਕਿ ਉਹ ਤੋਂ ਅੱਗੇ ਦੀ ਗੱਲ ਕਰ। ਹਾਂਜੀ, ਉਸ ਤੋਂ ਅੱਗੇ ਦੀ ਗੱਲ ਕਰਨੀ ਬਿਲਕੁਲ। ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ। ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ। ਅਸਲ 'ਚ ਮਿਸਰਾ ਬੁੱਲੇ ਸ਼ਾਹ ਦਾ ਹੈਗਾ ਸੀ, ਮੈਨੂੰ ਕਾਫਰ ਆਸ਼ਿਕ ਹੋਇਓ ਰੱਬ ਦਾ ਹੋਈ ਮਲਾਮਤ ਲਾਖ, ਤੈਨੂੰ ਕਾਫਰ ਆਖਦੇ ਤੂੰ ਆਹੋ ਆਹੋ। ਇਹ ਕਾਫਰ ਨਹੀਂ, ਤੈਨੂੰ ਕਾਫਰ ਆਖਦੇ ਜਿਹੜੇ ਖੁਦ ਕਾਫਰ ਨੇ ਉਹ ਤੈਨੂੰ ਕਾਫਰ ਆਖ ਰਹੇ। ਬਾਜ਼ ਨਕਾਦਾਂ ਦਾ ਖਿਆਲ ਹੈ ਕਿ ਕੌਮਾਂ ਵਿੱਚ ਨਹੀਂ ਹੈਗਾ, ਬੁੱਲੇ ਸ਼ਾਹ ਦਾ ਤੰਜ਼ ਨਹੀਂ ਕਰ ਸਕਦਾ, ਯਾਨੀ ਕਿਸੇ ਨੂੰ ਕਾਫਰ ਨਹੀਂ ਕਹਿ ਸਕਦਾ, ਮਗਰ ਬੁੱਲੇ ਸ਼ਾਹ 'ਚ ਬਹੁਤ ਸਖਤ ਲਫ਼ਜ਼ ਹੈ ਨੇ। ਸੱਚ ਆਖਿਆਂ ਭਾਂਬੜ ਮੱਚਦਾ ਹੈ, ਬੁੱਲੇ ਸ਼ਾਹ 'ਚ ਬੜੀ ਜੁਰਤ ਹੈ, ਉਹ ਕਹਿ ਸਕਦਾ ਤੇ ਵਾਕਈ ਇਸ ਤਰ੍ਹਾਂ ਵੀ ਜਿਹੜੇ ਖੁਦ ਕਾਫਰ ਨੇ ਉਹ ਤੈਨੂੰ ਕਾਫਰ ਆਖ ਰਹੇ। ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ। ਆਹੋ ਆਹੋ ਕਹਿ ਕੇ ਜੇਕਰ ਮੈਂ ਵੀ ਟਾਲ ਗਿਆ, ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਬਾਲ ਗਿਆ। ਜੇ ਇਹ ਭੇਤ ਨਾ ਖੁੱਲਾ ਤੇ ਫਿਰ ਮੇਰਾ ਹਾਲ ਗਿਆ। ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ। ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ। ਅੱਛਾ, ਬਹੁਤ ਅੱਛਾ। ਬੁੱਲੇ ਦੀ ਨਜ਼ਮ ਹੁਣ ਮੈਨੂੰ ਸਾਰੀ ਸੁਣਾਉਣੀ ਪੈਣੀ। ਜੀ ਜ਼ਰੂਰ ਅਸੀਂ ਸੁਣਾਂਗੇ। ਬੁੱਲਿਆ
ਮੇਰੀ ਬੁੱਕਲ ਵਿੱਚੋਂ ਕਿਸ ਤਰ੍ਹਾਂ ਨਿਕਲੇ ਚੋਰ। ਬੁੱਲੇ ਸ਼ਾਹ ਨੇ ਕਿਹਾ ਸੀ ਨਾ ਮੇਰੀ ਬੁੱਕਲ ਦੇ ਵਿੱਚ ਚੋਰ। ਉਸ ਤੋਂ ਹੁਣ ਉਹਨੂੰ ਉਸ ਗੱਲ ਨੂੰ ਥੋੜ੍ਹਾ ਜਿਹਾ ਖਿਲਾਰਨ ਦੀ ਕੋਸ਼ਿਸ਼ ਕੀਤੀ। ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸ ਤਰ੍ਹਾਂ ਨਿਕਲੇ ਚੋਰ, ਆਲ ਦਵਾਲੇ ਮੁੱਲਾਂ ਕਾਜ਼ੀ ਮੈਂ ਵਿਚਕਾਰ ਖਲੋਤਾ, ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਹਾਂ ਪੈ ਜਾਂਦਾ ਏ ਸ਼ੋਰ। ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸ ਤਰ੍ਹਾਂ ਨਿਕਲੇ ਚੋਰ। ਵਾਹ ਵਾਹ। ਬੁੱਲਿਆ ਅੱਜ ਵੀ ਪਾ ਪੜਿਆਂ ਨੇ ਸਾਡੀ ਅਕਲ ਗਵਾਈ, ਮੰਨਦੇ ਨਹੀਂ ਦਲੀਲਾਂ ਅਕਲੋਂ ਬਾਹਰ ਇਹ ਗੱਲਾਂ ਕਰਦੇ, ਸੱਪ ਨਾ ਵੇਖਣ ਲੀਆਂ ਕੁੱਟਣ ਇਹ ਰੀਤਾਂ ਦੇ ਵਰਦੇ, ਇਹਨਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ, ਡਰ ਦੋਜ਼ਖ ਦਾ ਪੂਰੀ ਜਾਵੇ ਸੋਚਾਂ ਦੀ ਡੂੰਘਿਆਈ। ਬੁੱਲਿਆ ਅੱਜ ਵੀ ਪਾ ਪੜਿਆਂ ਨੇ ਸਾਡੀ ਅਕਲ ਗਵਾਈ। ਵਾਹ। ਇਹ ਬੰਦੇ ਹੁੰਦਾ ਕਿ ਬੁੱਲਿਆ ਲੋਕੀ ਲੁੱਟੀ ਜਾਵਨ ਪੜ ਪੜ ਅਸਤਗਫਾਰ। ਇਹ ਵੀ ਬੁੱਲੇ ਸ਼ਾਹ ਦੀ ਕਾਫੀ ਇਹ ਨਿਤ ਪੜਨਾ ਹੈ ਅਸਤਗਫਾਰ, ਕੈਸੀ ਤੋਬਾ ਹੈ ਯਾਰ, ਸਾਵੇਂ ਦੇ ਕੇ ਲਵੇ ਸਵਾਈ ਵਾਧਿਆਂ ਦੀ ਤੂੰ ਬਾਜ਼ੀ ਲਾਈ, ਮੁਸਲਮਾਨੀ ਇਹ ਕਿੱਥੋਂ ਆਈ ਇਹ ਤੇਰਾ ਕਿਰਦਾਰ, ਨਿਤ ਪੜਨਾ ਹੈ ਅਸਤਗਫਾਰ ਕੈਸੀ ਤੋਬਾ ਹੈ ਯਾਰ। ਬੁੱਲੇ ਸ਼ਾਹ ਨੇ ਸਵਾਲ ਉਠਾਇਆ ਵੀ ਹਰ ਵੇਲੇ ਤੋਬਾ, ਹਰ ਵੇਲੇ ਤੋਬਾ, ਤੋਬਾ ਤਾਂ ਇੱਕ ਵਾਰੀ ਕਰ ਲਈ ਹੁੰਦੇ ਤੇ ਪੱਕਾ ਵੀ ਰਹੋ, ਅਗਰ ਤੈਨੂੰ ਤੋਬਾ ਦੀ ਜ਼ਰੂਰਤ ਨਾ ਪਵੇ ਬਾਰ ਬਾਰ ਫਿਰ ਇਹਦਾ ਮਤਲਬ ਇਹ ਚੱਲ ਰਿਹਾ ਸਾਈਕਲ। ਉਸ ਸਾਈਕਲ ਨੂੰ ਮੈਂ ਇਸ ਤਰ੍ਹਾਂ ਲਿਆ ਹੈ ਕਿ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਗਫਾਰ, ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ, ਕਰ ਕਰ ਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ, ਅੰਦਰ ਬੈਠਾ ਪਾਪ ਦਾ ਫਨੀਅਰ ਕਿਹੜਾ ਜੋਗੀ ਕੀਲੇ, ਜੁਰਮਾਂ ਦੇ ਦਰਵਾਜ਼ੇ ਖੁੱਲੇ ਧਰਮਾਂ ਦੇ ਦਰਬਾਰ। ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਗਫਾਰ। ਵਾਹ ਵਾਹ, ਬਹੁਤ ਵਧੀਆ ਸਾਬਰ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ। ਅੱਛਾ ਸਾਬਰ ਜੀ, ਤੁਸੀਂ ਸ਼ਾਇਰੀ ਵੀ ਕੀਤੀ ਔਰ ਤੋਂ ਬਾਅਦ ਕਹਾਣੀ ਵੱਲ ਤੁਹਾਡਾ ਇੱਕ ਪਰਾਗਾ ਵੀ ਆਇਆ, ਔਰ ਕਹਾਣੀ ਵੱਲ ਤੁਸੀਂ ਆਉਣ 'ਚ ਦੇਰ ਕਿਉਂ ਕੀਤੀ? ਕਹਾਣੀ ਅਸਲ 'ਚ ਲਿਖਣੀ ਤਾਂ ਮੈਂ ਨਾਲ ਹੀ ਸ਼ੁਰੂ ਕਰ ਦਿੱਤੀ ਸੀ ਤਕਰੀਬਨ, ਮਗਰ ਕਹਾਣੀ ਦਾ ਮਾਹੌਲ ਨਹੀਂ ਮਿਲਿਆ। ਮਿਸਾਲ ਦੇ ਤੌਰ 'ਤੇ 96-97 'ਚ ਜਿਸ ਵੇਲੇ ਬਕਾਇਦਾ ਲਾਹੌਰ ਆਉਣਾ ਜਾਣਾ ਸ਼ੁਰੂ ਹੋਇਆ ਮੇਰਾ, ਅਤੇ ਕਹਾਣੀ ਦਾ ਇੰਨਾ ਮਾਹੌਲ ਨਹੀਂ ਸੀ ਮਿਲਿਆ। ਮੁਸ਼ਾਇਰੇ ਤਾਂ ਹੁੰਦੇ ਸੀ, ਅਤੇ ਕਹਾਣੀ ਫਿਰ ਜਦੋਂ ਪੰਜਾਬੀ ਅਦਬੀ ਸੰਗਤ 'ਚ ਚੌਪਾਲ ਨਾਸਰ ਬਾਗ ਉੱਥੇ ਜਾਣਾ ਮੈਂ ਸ਼ੁਰੂ ਕੀਤਾ 2000 'ਚ, ਅਤੇ ਉਸ ਤੋਂ ਬਾਅਦ ਉੱਥੇ ਕਹਾਣੀਆਂ ਵੀ ਪੜ੍ਹੀਆਂ ਜਾਂਦੀਆਂ ਸੀ। ਮੈਨੂੰ ਪਤਾ ਲੱਗਾ ਕਿ ਕਹਾਣੀ ਵੀ ਹੁੰਦੀ ਹੈ ਪੰਜਾਬੀ 'ਚ। ਅੱਛਾ। ਜ਼ਾਹਰ ਉਮਰ ਵੀ ਕੋਈ ਨਹੀਂ ਸੀ ਇੰਨੀ, 20 ਸਾਲਾਂ ਤੋਂ ਘੱਟ ਹੀ ਸਾਂ ਤਕਰੀਬਨ। ਅਤੇ ਉਹ ਉਦੋਂ ਨਹੀਂ ਸੀ ਪਤਾ ਵੀ ਪੰਜਾਬੀ 'ਚ ਨਸਰ ਵੀ ਹੁੰਦੀ ਹੈ। ਸ਼ਾਇਰੀ ਦਾ ਤਾਂ ਰਿਵਾਜ ਹੈ ਸੀ, ਨਸਰ ਦਾ ਇੰਨਾ ਪਤਾ ਸੀ ਵੀ ਟੀ ਵੀ 'ਤੇ ਡਰਾਮੇ ਜਿਹੜੇ ਚੱਲਦੇ ਨੇ ਇਹ ਲਿਖੇ ਜਾਂਦੇ ਨੇ। ਅਤੇ ਮੈਂ 95-96 'ਚ ਉੱਧਰ ਵੀ ਟਰਾਈ ਕਰਨਾ ਹਾਂ, ਸੀਨ ਲਿਖਣਾ ਹਾਂ ਉਸ ਤਰ੍ਹਾਂ ਦੇ, ਮਗਰ ਕਹਾਣੀ ਦਾ ਮਾਹੌਲ ਨਹੀਂ ਸੀ ਮਿਲਿਆ। ਹਾਂ, ਅਤੇ ਕੋਈ ਐਡਾ ਲੇਟ ਨਹੀਂ ਹੋਇਆ ਕਹਾਣੀ 'ਚ ਵੀ ਮੈਂ, ਯਾਨੀ 2010 'ਚ ਮੇਰੀ ਪਹਿਲੀ ਸ਼ਾਇਰੀ ਦੀ ਕਿਤਾਬ ਆਈ ਅਤੇ 13 'ਚ ਕਹਾਣੀਆਂ ਦੀ ਆ ਗਈ। ਹਾਂਜੀ। ਔਰ ਤੁਸੀਂ ਨਾਵਲ ਵੀ ਮੈਂ ਸੁਣਿਆ ਸੀ ਲਿਖ ਰਹੇ ਹੋ, ਅਤੇ ਉਹਦਾ ਕੀ ਬਣਿਆ? ਹਾਂ, ਨਾਵਲ ਬਾਰੇ ਬੜੇ ਕਿਉਂਕਿ ਇੱਕ ਜਗ੍ਹਾ 'ਤੇ ਮੈਂ ਸੁਣਿਆ ਵੀ ਸੀ ਤੁਸੀਂ ਉਹਦਾ ਕੋਈ ਚੈਪਟਰ ਵੀ ਪੜ੍ਹਿਆ ਕੋਈ? ਹਾਂ, ਚੈਪਟਰ ਉਹਦੇ 3 ਕੁ ਲਿਖੇ ਗਏ ਨੇ। ਐਡਾ ਲੰਮਾ ਵੀ ਨਹੀਂ ਹੋਵੇਗਾ ਨਾਵਲ, ਬੜੀਆਂ ਧੁੰਮਾਂ ਪਈਆਂ ਨੇ ਜਿਹੜਾ ਕਹਿ ਰਹੇ ਹੋ ਨਾ। ਨਹੀਂ, ਤੁਸੀਂ ਇਹ ਚੁੱਕੇ ਧੁੰਮਾਂ ਖੁਦ ਬੜੀ ਦੇਰ ਤੋਂ ਪਾਈਆਂ ਨੇ, ਤੁਸੀਂ ਕਈ ਸਾਲਾਂ ਤੋਂ ਕਿਹਾ ਕਿ ਮੇਰਾ ਨਾਵਲ ਆ ਰਿਹਾ। ਲੋਕਾਂ ਨੇ ਫਿਰ ਪੁੱਛਿਆ ਵੀ ਸਾਬਰ ਸਾਹਿਬ ਨਾਵਲ ਕਿੱਥੇ ਰਹਿ ਗਿਆ, ਤੇ ਉਹ ਕਦੋਂ? ਉਹ ਬਿਲਕੁਲ ਨਹੀਂ, ਇਸ ਸਾਲ ਤੇ ਮੁਸ਼ਕਲ ਹੀ ਇਜ਼ਹਾਰ ਹੈ ਨਾਵਲ ਦਾ ਕੰਮ ਜਿਹੜਾ, ਉਹ ਜਿਵੇਂ ਜਿਵੇਂ ਧੁੰਮ ਵੱਧਦੀ ਜਾਂਦੀ ਹੈ ਉਵੇਂ ਉਵੇਂ ਮੇਰੇ ਤੇ ਪ੍ਰੈਸ਼ਰ ਵੱਧਦਾ ਜਾਂਦਾ, ਉਹ ਵੀ ਪਿੱਛੇ ਜਾਂਦਾ।
ਕਿ ਇਹ ਮੇਰਾ ਮਤਲਬ ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ ਤੁਹਾਡੀਆਂ। ਲਿਹਾਜ਼ਾ ਸ਼ਾयद ਅਗਲੇ ਸਾਲ ਹੀ ਆਵੇ, ਇਸ ਸਾਲ ਤੇ ਨਹੀਂ। ਬਹੁਤ ਅੱਛਾ ਹੈ ਕਿ ਸ਼ਾਇਰੀ ਫਿਰ ਕਹਾਣੀ ਫਿਰ ਨਾਵਲ ਵੀ ਪੜ੍ਹਨ ਨੂੰ ਮਿਲੇਗਾ ਲੋਕਾਂ ਨੂੰ। ਔਰ ਅੱਛਾ ਸਾਬਰ ਜੀ, ਤੁਸੀਂ ਕਹਾਣੀ ਵੀ ਲਿਖੀ, ਸ਼ਾਇਰੀ ਵੀ ਕੀਤੀ, ਨਾਵਲ ਵੀ ਲਿਖ ਰਹੇ ਹੋ, ਤੇ ਤੁਹਾਡੇ ਖਿਆਲ ਦੇ ਵਿੱਚ ਕਿਸ ਤਰ੍ਹਾਂ ਦੀ ਜ਼ੁਬਾਨ ਜਿਹੜੀ ਉਹ ਇਸਤੇਮਾਲ ਕਰਨੀ ਚਾਹੀਦੀ ਇਹਨਾਂ ਚੀਜ਼ਾਂ? ਕਿਉਂਕਿ ਤੁਸੀਂ ਇੱਕ ਜ਼ੁਬਾਨ ਦੇ ਹਵਾਲੇ ਦੇ ਨਾਲ ਵੀ ਇੱਕ ਚੀਜ਼ ਨੂੰ ਜਦੋਂ ਤੁਸੀਂ ਤਨਕੀਦ ਕਰਦੇ ਹੋ, ਕਿਉਂਕਿ ਤੁਸੀਂ ਨਕਾਦ ਵੀ ਹੋ, ਤੇ ਇਸ ਚੀਜ਼ ਨੂੰ ਬੜਾ ਮੱਦੇਨਜ਼ਰ ਰੱਖਦੇ ਹੋ। ਇਸ ਚੀਜ਼ ਨੂੰ ਤੁਹਾਡੇ ਮੈਂ ਅਕਸਰ ਸੁਣਿਆ ਕਿ ਨਹੀਂ, ਲਫ਼ਜ਼ ਦਾ ਜਿਹੜਾ ਉਹ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੈ ਹੋਣਾ ਚਾਹੀਦਾ। ਤੁਹਾਨੂੰ ਸ਼ਾਇਰੀ ਦੇ ਵਜ਼ਨ ਉਜ਼ਾਨ ਜਿਹੜਾ ਉਹਦੇ ਉੱਤੇ ਵੀ ਕਾਫੀ ਅਬੂਰ ਹਾਸਲ ਹੈ, ਤੇ ਕੀ ਕਹਿਣਾ ਚਾਹੋਗੇ ਇਸ ਹਵਾਲੇ ਨਾਲ? ਮੇਰੇ ਤੇ ਖਿਆਲ 'ਚ ਜੀ ਜਿਹੜਾ ਨੈਚੁਰਲ ਅਦੀਬ ਹੈ ਨਾ, ਉਹ ਬਿਲਕੁਲ ਸਾਦਾ ਜ਼ਬਾਨ ਇਸਤੇਮਾਲ ਕਰਦਾ। ਜਿਹੜਾ ਨੈਚੁਰਲ ਅਦੀਬ ਹੈ, ਠੀਕ ਹੈ, ਉਹਨੂੰ ਕੋਈ ਤਲਮੀਆਂ ਦੀ, ਕੋਈ ਇਸਤਾਰਿਆਂ ਦੀ ਏਡੀ ਕੋਈ ਸਖਤ ਲਫ਼ਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ, ਉਹ ਬੇਸਾਖਤਾ ਕਹਿ ਦਿੰਦਾ। ਲਿਹਾਜ਼ਾ ਸਾਦਾ ਜ਼ਬਾਨ ਜਿਹੜੀ ਹੈ, ਲੁਕਾਈ ਦੀ ਜ਼ਬਾਨ ਜਿਹੜੀ ਹੈ, ਆਮ ਲੋਕਾਂ ਦੀ ਜ਼ਬਾਨ ਜਿਹੜੀ ਹੈ, ਉਹਦੇ 'ਚ ਗੱਲ ਕਰਨੀ ਮੈਨੂੰ ਪਸੰਦ ਹੈ ਬਹੁਤ ਜ਼ਿਆਦਾ। ਹਾਂ, ਸ਼ਾਇਰੀ ਦੇ ਕੋਈ ਮਸਲੇ ਹੁੰਦੇ ਨੇ, ਸਾਡੇ ਬਾਬਿਆਂ ਦੇ ਵੀ ਹੈ ਸਨ ਕਿ ਉਹਨਾਂ ਫਾਰਸੀ ਕਾਫੀਏ, ਫਾਰਸੀ ਤਲਮੀਆ, ਮੇਰਾ ਮਤਲਬ ਵਜ਼ਨਾਂ ਦੀ ਅਤੇ ਬਹਿਰਾਂ ਦੀ ਜ਼ਰੂਰਤ ਨੂੰ, ਲਿਹਾਜ਼ਾ ਉਹ ਦੂਸਰੀਆਂ ਜ਼ਬਾਨਾਂ ਦੇ ਲਫ਼ਜ਼ ਵੀ ਲਿਆਉਣੇ ਪੈਂਦੇ ਨੇ ਵਿੱਚ, ਜਾਂ ਸਖਤ ਲਫ਼ਜ਼ ਵੀ ਕਾਫੀਏ ਦੀ ਜ਼ਰੂਰਤ ਨੂੰ ਲਿਆਉਣਾ ਪੈਂਦਾ ਹੈ। ਮਗਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਮ ਤੋਂ ਆਮ ਜ਼ਬਾਨ ਦੇ ਵਿੱਚ ਜਿਹੜੀ ਬੋਲੀ ਜਾ ਰਹੀ ਹੈ ਉਹਦੇ ਵਿੱਚ ਤੁਸੀਂ ਲਿਖੋ, ਗੱਲ ਆਪਣੀ ਕਰੋ। ਹਾਂ, ਦੂਜੀ ਗੱਲ, ਜਿਹੜਾ ਲਫ਼ਜ਼ ਤੁਸੀਂ ਹੰਢਾਇਆ ਹੀ ਨਹੀਂ, ਤੁਹਾਡੇ ਮੁਸ਼ਾਹਦੇ 'ਚੋਂ ਨਹੀਂ ਗੁਜ਼ਰਿਆ, ਉਹ ਤੁਹਾਨੂੰ ਲਿਖਣ ਦਾ ਕੋਈ ਹੱਕ ਨਹੀਂ ਹੈਗਾ। ਜਿਹੜਾ ਲਫ਼ਜ਼ ਤੁਸੀਂ ਬੋਲਦੇ ਨਹੀਂ ਨਾ ਆਮ ਜ਼ੁਬਾਨ 'ਚ, ਉਹ ਮੇਰਾ ਨਹੀਂ ਖਿਆਲ ਤੁਸੀਂ ਲਿਖ ਸਕਦੇ ਜੀ। ਕੋਈ ਚੰਦ ਲਫ਼ਜ਼ ਹੈ ਨੇ ਅਦਬੀ ਖੂਬਸੂਰਤੀਆਂ ਵਾਸਤੇ, ਮਗਰ ਜਿਹੜਾ ਵਰਤਿਆ ਜਾਣ ਵਾਲਾ ਲਫ਼ਜ਼ ਹੈ ਉਹ ਤੁਸੀਂ ਲਿਖੋ, ਠੀਕ ਹੈ। ਸਖਤ ਲਫ਼ਜ਼ ਕਈ ਮੈਂ ਇਸ ਤਰ੍ਹਾਂ ਦੇ ਰਾਈਟਰ ਵੇਖੇ ਨੇ, ਲਿਖਾਰੀ ਪੰਜਾਬੀ ਦੇ ਕਹਾਣੀ ਪੜ੍ਹਦਿਆਂ ਵੇਖੇ ਨੇ, ਕਿ ਉਹ ਜਿਹੜੇ ਲਫ਼ਜ਼ ਲਿਖੇ ਨੇ ਨਾ ਉਹਨਾਂ, ਉਹ ਸਹੀ ਤਰ੍ਹਾਂ ਅਦਾ ਨਹੀਂ ਕਰ ਸਕਦੇ, ਪੜ੍ਹ ਨਹੀਂ ਸਕਦੇ, ਉਹ ਸਹੀ ਤਰ੍ਹਾਂ ਪੜ੍ਹ ਨਹੀਂ ਸਕਦੇ, ਉਹਨਾਂ ਦੇ ਤਲਫਜ਼ ਦਾ ਨਹੀਂ ਉਹਨਾਂ ਨੂੰ ਪਤਾ, ਅਤੇ ਮਤਲਬ ਦਾ ਕਿੱਥੋਂ ਪਤਾ ਹੋਣਾ? ਸੋਚਣ ਵਾਲੀ ਗੱਲ। ਅਤੇ ਲਿਹਾਜ਼ਾ ਪੰਜਾਬੀ ਨੂੰ ਮੁਸ਼ਕਲ ਨਹੀਂ ਨਾ ਬਣਾਓ, ਉਹ ਖਾਸਾਂ ਵਾਸਤੇ ਨਾ ਬਣਾਓ ਉਹਨੂੰ ਜੇ ਤੁਸੀਂ ਚਾਹੁੰਦੇ ਜੇ ਤਰੱਕੀ ਚਾਹੁੰਦੇ ਜੇ ਤੇ ਉਹਨੂੰ ਲੁਕਾਈ ਨਾਲ ਜੋੜੋ। ਬਹੁਤ ਵਧੀਆ ਗੱਲ ਹੈ ਸਾਬਰ ਜੀ। ਮੈਂ ਚਾਹਾਂਗਾ ਕਿ ਤੁਸੀਂ ਸਾਨੂੰ ਕੁਝ ਹੋਰ ਆਪਣਾ ਥੋੜ੍ਹਾ ਜਿਹਾ ਕਲਾਮ ਸੁਣਾਓ, ਤਾਂ ਕਿ ਬਹੁਤ ਥੋੜ੍ਹਾ ਤੁਸੀਂ ਸੁਣਾਇਆ ਹੁਣ ਤੱਕ ਸਾਨੂੰ। ਹੋਰ ਕੀ ਸੁਣਾਵਾਂ? ਕੁਝ ਵੀ ਸੁਣਾ ਦਿਓ, ਅਲਫਾ ਅੱਗੇ ਦੇ ਕੁਝ। ਹਾਂ, ਅਲਫਾ ਅੱਗੇ ਤੋਂ ਯਾਦ ਆ ਗਿਆ ਕਿ ਜਿਹੜੀ ਅੱਗੇ ਤੁਸੀਂ ਗੱਲ ਕੀਤੀ ਸੀ, ਫਿਰ ਕਲਾਮ ਕੇ ਸੁਣਦੇ ਹੀ ਰਹੇ, ਗੁਫ਼ਤਗੂ ਜਿੰਨੀ ਹੋ ਜਾਏ ਉਨੀ ਚੰਗੀ ਹੈ। ਬੁੱਲੇ ਸ਼ਾਹ ਦੀ ਜਿਹੜੀ ਗੱਲ ਕੀਤੀ ਸੀ ਕਿ ਬੁੱਲੇ ਸ਼ਾਹ, ਹੁਣ ਬੁੱਲੇ ਸ਼ਾਹ ਜਦੋਂ ਮੈਂ ਇਸ ਕਿਤਾਬ ਦਾ ਨਾਂ ਰੱਖਿਆ ਨਾ ਅਲਫੋਂ ਅੱਗੇ, ਬੜੇ ਇਤਰਾਜ਼ਾਤ ਆਏ। ਬੁੱਲੇ ਸ਼ਾਹ ਦੀ ਕਾਫੀ ਹੈਗੀ ਹੈ, ਦੋੜਾ ਜਾਂ ਕਾਫੀ ਹੈ, ਮੁੱਲਾ ਮੈਨੂੰ ਸਬਕ ਪੜ੍ਹਾਇਆ, ਅਲਫੋਂ ਅੱਗੇ ਕੁਝ ਨਾ ਆਇਆ, ਉਹ ਬੇਪਕਾਰਦਾ ਹੀ ਮੁੱਲਾ ਮੈਨੂੰ ਮਾਰਦਾ ਹੀ। ਦੋਸਤਾਂ ਕਿਹਾ ਕਿ ਬੁੱਲੇ ਸ਼ਾਹ ਜਦੋਂ ਕਹਿੰਦਾ ਅਲਫੋਂ ਅੱਗੇ ਕੁਝ ਨਹੀਂ ਆਇਆ, ਤੇ ਤੂੰ ਕਿਉਂ ਅਲਫੋਂ ਅੱਗੇ ਗੱਲ ਕਰਨਾ? ਮੈਂ ਕਿਹਾ ਉਹ ਆਪਣੇ ਦੌਰ ਦੀ ਗੱਲ ਕਰ ਰਿਹਾ ਸੀ, ਮੈਂ ਆਪਣੇ ਦੌਰ ਦੀ, ਮੇਰੀ ਆਪਣੀ ਮਰਜ਼ੀ ਹੈ, ਬੁੱਲੇ ਸ਼ਾਹ ਦੀ ਆਪਣੀ ਮਰਜ਼ੀ ਸੀ। ਹੁਣ ਉੱਥੇ ਹੀ ਖਲੋਤੇ ਰਹਿਣਾ, ਅਗਾਂਹ ਵੀ ਵਧਣਾ। ਦੁਨੀਆ 300 ਸਾਲ ਅੱਗੇ ਨਿਕਲ ਗਈ, ਅਸੀਂ 300 ਸਾਲ ਜਾਂ 400 ਸਾਲ ਪੁਰਾਣੀ ਜ਼ਬਾਨ ਵਰਤ ਕੇ ਉਹ ਮੁਰਦਿਆਂ ਵਾਸਤੇ ਲਿਖਣਾ ਕੀ ਲੈਣਾ? ਜਿਹੜੇ ਮੁਸ਼ਕਲ ਲਿਖਦੇ ਨੇ ਜਾਂ ਉਹ ਜਿਨ੍ਹਾਂ ਨੂੰ ਚਾਅ ਹੈ ਉਹ ਬਾਬਿਆਂ ਵਾਲੀ ਜ਼ਬਾਨ ਵਰਤਣ ਦਾ, ਮੈਂ ਉਹਨਾਂ ਦੀ ਗੱਲ ਕਰਨਾ ਪਿਆ ਕਿ ਬਾਬਿਆਂ ਵਾਲੀ ਜ਼ਬਾਨ, ਬਾਬਿਆਂ ਨੇ ਵੀ ਆਪਣੇ ਵਕਤ ਦੀ ਸੌਖੀ ਜ਼ਬਾਨ 'ਚ ਲਿਖਿਆ, ਲੋਕਾਂ ਦੀ ਜ਼ਬਾਨ 'ਚ ਲਿਖਿਆ, ਉਹਨਾਂ ਲੋਕਾਂ ਵਾਸਤੇ ਲਿਖਿਆ। ਉਹਨਾਂ ਕੋਲ ਬਾਦਸ਼ਾਹਾਂ ਵਾਸਤੇ ਕੋਈ ਬਹੁਤੇ ਪੜ੍ਹੇ ਲਿਖੇ ਲੋਕਾਂ ਵਾਸਤੇ ਕੋਈ ਉਹਨਾਂ ਵਾਸਤੇ ਨਹੀਂ ਲਿਖਿਆ, ਨਹੀਂ ਤਾਂ ਉਹਨਾਂ ਦੀ ਜ਼ਬਾਨ 'ਚ ਲਿਖਦੇ। ਉਹਨਾਂ ਲੁਕਾਈ ਦੀ ਜ਼ਬਾਨ 'ਚ ਲਿਖਿਆ, ਉਸ ਵੇਲੇ ਦੀ ਆਸਾਨ ਜ਼ਬਾਨ 'ਚ ਹੀ ਲਿਖਿਆ। ਲੇਕਿਨ ਸਾਬਰ ਸਾਹਿਬ, ਬਾਸ ਲੋਕ ਤਾਂ ਇਹ ਵੀ ਕਹਿੰਦੇ ਨਾ ਕਿ ਅਸੀਂ ਉਸ ਚੀਜ਼ ਨੂੰ ਲਫ਼ਜ਼ਾਲੀ ਨੂੰ ਮਹਿਫੂਜ਼ ਕਰਨ ਲਈ ਇਸ ਲਈ ਜਿਹੜੇ ਅਲਫਾਜ਼ ਦਾ ਇਸਤੇਮਾਲ ਕਰਨੇ ਤਾਂ ਕਿ ਉਹਨਾਂ ਦੇ ਜਿਹੜੇ ਅਲਫਾਜ਼ ਨੇ ਉਹ ਵੀ ਮਹਿਫੂਜ਼ ਰਹਿਣ। ਅਲਫਾਜ਼ੀ ਮਹਿਫੂਜ਼ ਡਿਕਸ਼ਨਰੀਆਂ 'ਚ ਹੁੰਦੀ, ਸ਼ਾਇਰੀ 'ਚ ਤਾਂ ਨਹੀਂ ਨਾ ਹੁੰਦੀ। ਸ਼ਾਇਰੀ 'ਚ ਅਲਫਾਜ਼ੀ ਮਹਿਫੂਜ਼ ਕਰਨ ਵਾਸਤੇ ਤੁਸੀਂ ਸ਼ਾਇਰੀ ਦੇ ਵਿੱਚ ਜਿਹੜੀ ਗੱਲ ਕਰਨੀ ਉਹਦੀ ਮੱਤ ਮਾਰ ਦਿਓ, ਕਿਸੇ ਨੂੰ ਸਮਝ ਹੀ ਨਾ ਆਵੇ। ਸ਼ਾਇਰੀ ਦਾ ਧੁਰਾ ਕੀ ਅਸਲ ਅਦਬ ਦਾ, ਸੁਖਨ ਦਾ, ਤੁਸੀਂ ਗੱਲ ਕਰਨੀ, ਸੁਖਨ ਗੱਲ ਕਰਨੀ, ਬਾ ਮਕਸਦ ਗੱਲ ਕਿਸੇ ਤੱਕ ਆਪਣੀ ਪਹੁੰਚਾਉਣੀ। ਉਹ ਜਿਹੜੀ
ਸ਼ਾਇਰੀ ਇੰਟਰਟੇਨਮੈਂਟ ਹੁੰਦੀ ਸੀ ਨਾ, ਦਰਬਾਰਾਂ 'ਚ ਮੁਸ਼ਾਇਰੇ ਹੁੰਦੇ ਸੀ ਜਾਂ ਮੌਸੀਕੀ ਤੇ ਸ਼ਾਇਰੀ ਦੇ ਮੁਸ਼ਾਇਰੇ ਦੇ ਤੇ ਯਾਨੀ ਸਿਰਫ ਇੰਟਰਟੇਨਮੈਂਟ ਵਾਸਤੇ ਸੀ ਸ਼ਾਇਰੀ ਉਹ। ਹੁਣ ਸ਼ਾਇਰੀ ਉਹ ਨਹੀਂ, ਹੁਣ ਸ਼ਾਇਰੀ ਸਿਰਫ ਉਹ ਹੀ ਚੱਲੇਗੀ ਜਿੰਦੇ 'ਚ ਕੋਈ ਗੱਲ ਹੈ, ਫਲਸਫਾ ਹੋਏਗਾ, ਕੋਈ ਫਲਸਫਾ ਹੈ, ਕੋਈ ਨਵੀਂ ਗੱਲ ਹੈ। ਉਹੋ ਹੀ ਦਬੋ ਰੁਖਸਾਰ ਤੇ ਉਰਾਂ ਪਰਾਂ ਤੇ ਉਹ ਰੋਣੇ ਪਿੱਟਣੇ ਤੇ ਉਸ ਤਰ੍ਹਾਂ ਦੇ ਲਫ਼ਜ਼ ਠੋਕ ਕੇ ਚਿਮਟੀਆਂ ਨਾਲ ਲਾ ਕੇ ਤੇ ਉਹ ਕੋਈ ਉਹਦਾ ਫਾਇਦਾ ਨਹੀਂ ਹੋਣਾ। ਕੋਈ ਇੰਟਰਟੇਨਮੈਂਟ ਦੇ ਜ਼ਰੀਏ ਹੋਰ ਬਹੁਤ ਆ ਗਏ ਨੇ, ਸ਼ਾਇਰੀ ਇੰਟਰਟੇਨਮੈਂਟ ਤੱਕ ਨਹੀਂ ਰਹਿ ਗਈ, ਸ਼ਾਇਰੀ ਉਸ ਤੋਂ ਅੱਗੇ ਚਲੀ ਗਈ। ਮੈਂ ਚਾਹਾਂਗਾ ਸਾਬਰ ਜੀ ਤੁਸੀਂ ਸਾਨੂੰ ਸੁਣਾਓ, ਕਿਉਂਕਿ ਸਾਡੇ ਕੋਲ ਹੁਣ ਫਿਰ ਜਿਹੜੀ ਚੀਜ਼ ਆ ਜਾਏਗੀ, ਸਾਡੇ ਕੋਲ ਵੇਲੇ ਦੀ ਕੁਝ ਕਮੀ ਹੈਗੀ, ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਲੋ ਆ ਗਈ ਛੋਟੀ ਬਹਿਰ ਦੀ ਗਜ਼ਲ ਆ ਗਈ, ਹਾਲਾਂਕਿ ਅੱਜ ਕੱਲ੍ਹ ਵੱਡੀ ਬਹਿਰ ਦੀਆਂ ਚੱਲ ਰਹੀਆਂ ਨੇ। ਹਰ ਸ਼ੈ ਆਣੀ ਜਾਣੀ ਹੈ, ਬਾਕੀ ਇਸ਼ਕ ਕਹਾਣੀ ਹੈ। ਹਾਂ, ਹਰ ਸ਼ੈ ਆਣੀ ਜਾਣੀ ਹੈ, ਹਰ ਸ਼ੈ ਆਣੀ ਜਾਣੀ ਹੈ, ਬਾਕੀ ਇਸ਼ਕ ਕਹਾਣੀ ਹੈ। ਆਦਮ ਗੋਦ ਖਡਾਇਆ ਮੈਂ, ਵੇਲਾ ਮੇਰਾ ਹਾਣੀ ਹੈ। ਜੇਕਰ ਕੋਈ ਸਮਝੇ ਤੇ ਤਨ ਦੀ ਅਸਲੀ ਤਾਣੀ ਹੈ। ਵਾਹ। ਤੇ ਮਿੱਟੀ ਕਦ ਤੱਕ ਡੱਕੇਗੀ, ਪਾਣੀ ਆਖਰ ਪਾਣੀ ਹੈ। ਕਿਆ ਇਹ ਜੋ ਖਲਕਤ ਚੁੱਪ ਹੈ ਨਾ, ਹਾਏ ਇੱਕ ਦੂਜੇ ਦੀ ਕਹਾਣੀ ਹੈ। ਕਿਆ ਬਾਤ ਹੈ ਸਾਬਰ ਜੀ, ਬਹੁਤ ਵਧੀਆ, ਬਹੁਤ ਸ਼ੁਕਰੀਆ। ਅਸੀਂ ਸਾਡੇ ਕੁਝ ਟਾਈਮ ਦਾ ਜਿਹੜਾ ਉਹ ਹੈਗਾ ਸਾਡੇ ਕੋਲੋਂ ਘੱਟ ਹੈ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਸੋਹਣੀਆਂ ਬਲਕਿ ਸ਼ਾਇਰੀ ਵੀ ਸੁਣਾਈ, ਨਜ਼ਮਾਂ ਸੁਣਾਈਆਂ ਸਾਨੂੰ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਮਿਹਰਬਾਨੀ। ਨਾਜ਼ਰੀਨ, ਤੁਸੀਂ ਸਾਬਰ ਅਲੀ ਸਾਬਰ ਦੀਆਂ ਗੱਲਾਂ ਸੁਣੀਆਂ, ਕਿਉਂਕਿ ਤਨਕੀਦ ਨਗਾਰ ਵੀ ਨੇ, ਥੋੜ੍ਹਾ ਜਿਹਾ ਤੰਜ਼ ਵੀ ਕਰਦੇ ਨੇ, ਥੋੜ੍ਹੀ ਜਿਹੀ ਤਨਕੀਦ ਵੀ ਕਰਦੇ ਨੇ, ਥੋੜ੍ਹੇ ਜਿਹੇ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਨੇ। ਗੀਤ ਵੀ ਲਿਖੇ, ਸ਼ਾਇਰੀ ਵੀ ਕੀਤੀ, ਨਜ਼ਮਾਂ ਵੀ ਲਿਖੀਆਂ, ਔਰ ਬਹੁਤ ਖੂਬਸੂਰਤ ਅੰਦਾਜ਼, ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਇੱਕ ਫਲਸਫਿਆਨਾ ਜਿਹੜੀ ਸੋਚ ਹੈ ਉਹ ਇਹਨਾਂ ਦੀ ਸ਼ਾਇਰੀ ਦੇ ਵਿੱਚ ਸਾਨੂੰ ਨਜ਼ਰ ਆਉਂਦੀ। ਰੋਮਾਂਟਿਕ ਵੀ ਕੀਤੀ, ਲੇਕਿਨ ਉਹਦੇ ਨਾਲ ਬਹੁਤ ਵਧੀਆ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਔਰ ਨਾਜ਼ਰੀਨ, ਅਸੀਂ ਆਸ ਕਰਦੇ ਹਾਂ ਤੁਹਾਨੂੰ ਵੀ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਏਗਾ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।